ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਦਿੱਲੀ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਕਮੇਟੀ ਨੂੰ ਬਣਨ ਦੇ ਵਿੱਚ ਆਪਣਾ ਸਹਿਯੋਗ ਦਿੱਤਾ, ਮੈਂਡੇਟ ਦਿੱਤਾ। 27 ਮੈਂਬਰ ਸਾਡੇ ਇਲੈਕਟ ਹੋ ਕੇ ਆਏ। ਉਸ ਤੋਂ ਬਾਅਦ ਇਸ ਕਮੇਟੀ ਇਸ ਟੀਮ ਦੇ ਕੰਮ ਨੂੰ ਦੇਖਦੇ ਹੋਏ ਸਰਦਾਰ ਸੁਖਬੀਰ ਸਿੰਘ ਕਾਲਰਾ ਜੀ ਸਾਡੀ ਟੀਮ ਦੇ ਵਿੱਚ ਉਹਨਾਂ ਨੇ ਜੁਆਇਨ ਕੀਤਾ। ਉਸ ਤੋਂ ਬਾਅਦ ਸਰਦਾਰ ਵਿਕਰਮ ਸਿੰਘ ਰੋਹਨੀ ਜੀ ਜਿਹੜੇ ਕਿ ਸਾਡੇ ਕੋਪਟ ਮੈਂਬਰ ਹੋਏ। ਉਸ ਤੋਂ ਬਾਅਦ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਰਜਿੰਦਰ ਸਿੰਘ ਧਾਮੀ ਸਾਹਿਬ ਜੋ ਕਿ ਬਤੌਰ ਮੈਂਬਰ SGPC ਵੱਲੋਂ ਦਿੱਲੀ ਕਮੇਟੀ ਦੇ ਮੈਂਬਰ ਨਾਮਜ਼ਦ ਹੋਏ। ਸੋ ਇਸ ਤਰ੍ਹਾਂ ਸਾਡਾ 30 ਮੈਂਬਰ ਦਾ ਹਾਊਸ ਜਿਹੜਾ ਸੀ ਮੈਂਬਰ ਸੀ ਜਿਹੜੇ ਉਹ ਸਾਡੇ ਸਟਰੈਂਥ ਸੀ। ਜਿਵੇਂ ਕਿ ਸਾਡੇ ਪ੍ਰਧਾਨ ਸਾਹਿਬ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਨੇ ਬਹੁਤ ਹੀ ਵਿਸਤਾਰ ਦੇ ਨਾਲ ਕੱਲ੍ਹ ਦੀ ਸਾਰੀ ਜਾਣਕਾਰੀ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਹੈ। ਮੈਂ ਉਸ ਨੂੰ ਰਿਪੀਟ ਨਹੀਂ ਕਰਨਾ, ਉਹ ਸਾਰੀ ਜਾਣਕਾਰੀ ਆਪ ਜੀ ਨੂੰ ਦੇ ਦਿੱਤੀ ਹੈ। ਪਰ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਜਿਸ ਤਰੀਕੇ ਦੇ ਨਾਲ ਕੱਲ੍ਹ ਸਰਦਾਰ ਪਰਮਜੀਤ ਸਿੰਘ ਸਰਨਾ, ਸਰਦਾਰ ਹਰਵਿੰਦਰ ਸਿੰਘ ਜੀ ਸਰਨਾ ਤੇ ਸਰਦਾਰ ਮਨਜੀਤ ਸਿੰਘ ਜੀਕੇ ਅਤੇ ਉਹਨਾਂ ਦੇ ਸਾਥੀਆਂ ਨੇ ਚੋਣ ਪ੍ਰਕਿਰਿਆ ਜੋ ਕਿ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਦੇ ਮੁਤਾਬਕ ਜੋ ਚੋਣ ਪ੍ਰਕਿਰਿਆ ਹੋਣੀ ਚਾਹੀਦੀ ਸੀ ਔਰ ਜੋ ਕਰਾਈ ਜਾ ਰਹੀ ਸੀ, 51 ਮੈਂਬਰ ਦੇ ਹਾਊਸ ਨੇ ਸਰਬਸੰਮਤੀ ਦੇ ਨਾਲ ਸਰਦਾਰ ਗੁਰਦੇਵ ਸਿੰਘ ਜੀ ਨੂੰ ਪ੍ਰੋ ਟੈਂਪੋਰ ਚੇਅਰਮੈਨ ਨਿਯੁਕਤ ਕੀਤਾ। ਔਰ ਇਹ ਬੜੇ ਸੁਲਝੇ ਹੋਏ ਬਹੁਤ ਸਾਰੀਆਂ ਇਲੈਕਸ਼ਨ ਕਰਵਾਉਣ ਦਾ ਇਹਨਾਂ ਦਾ ਤਜਰਬਾ ਹੈ। ਇਹਨਾਂ ਨੇ ਪ੍ਰੋਪਰ ਐਕਟ ਦੇ ਮੁਤਾਬਕ ਇਲੈਕਸ਼ਨ ਪ੍ਰੋਸੈਸ ਸ਼ੁਰੂ ਕੀਤਾ। ਪਹਿਲੀ ਵੋਟ ਕਾਸਟ ਹੋਈ, ਦੂਸਰੀ ਵੋਟ ਦੇ ਉੱਤੇ ਉਹਨਾਂ ਨੇ ਆਬਜੈਕਸ਼ਨ ਲਗਾ ਦਿੱਤਾ। ਹੋ ਸਕਦਾ ਅਸੀਂ ਉਸ ਵੋਟ ਨੂੰ ਆਬਜੈਕਸ਼ਨ ਨਹੀਂ ਕਰਦੇ, ਲੇਕਿਨ ਸਾਨੂੰ ਉਹਨਾਂ ਦੀ ਨੀਅਤ ਸਮਝ ਆ ਗਈ ਸੀ ਕਿ ਉਹਨਾਂ ਦਾ ਮਕਸਦ ਇਹ ਸੀ ਕਿ 2 ਵੋਟਾਂ ਕਾਸਟ ਹੋਣ ਦਿਓ, ਉਸ ਤੋਂ ਬਾਅਦ ਫਿਰ ਆਬਜੈਕਸ਼ਨ ਲਗਾ ਦਿਓ ਔਰ ਕਿਸੇ ਵੀ ਤਰੀਕੇ ਦੇ ਨਾਲ ਇਲੈਕਸ਼ਨ ਦੇ ਵਿੱਚ ਵਿਘਨ ਪਾ ਕੇ ਔਰ ਇਸ ਇਲੈਕਸ਼ਨ ਨੂੰ ਮੁਕੰਮਲ ਨਾ ਹੋਣ ਦਿੱਤਾ ਜਾਏ। ਔਰ ਜਿਸ ਤਰੀਕੇ ਦੇ ਨਾਲ ਪਿਛਲੇ 5 ਮਹੀਨਿਆਂ ਤੋਂ ਇਲੈਕਸ਼ਨ ਤੋਂ ਬਾਅਦ ਇਹਨਾਂ ਨੇ ਲਗਾਤਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਨੂੰ ਲਗਾਤਾਰ ਅੱਗੇ ਵੀ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾਏ ਔਰ ਕਿਸੇ ਵੀ ਤਰੀਕੇ ਦੇ ਨਾਲ ਕਮੇਟੀ ਦੇ ਉੱਤੇ ਲੀਗਲ ਇਲੀਗਲ ਤਰੀਕੇ ਦੇ ਨਾਲ ਕਾਬਜ਼ ਹੋਣ ਦੀ ਕੋਸ਼ਿਸ਼ ਕੀਤੀ ਜਾਏ। ਬੜੇ ਅਫਸੋਸ ਦੀ ਗੱਲ ਹੈ ਕਿ ਦੋਨੋਂ ਸਰਨਾ ਭਰਾਵਾਂ ਤੇ ਮਨਜੀਤ ਸਿੰਘ ਜੀ ਕੇ ਅਸੀਂ ਉਹਨਾਂ ਨੂੰ 3 ਘੰਟੇ ਦਫ਼ਤਰ ਦੇ ਵਿੱਚ ਵੀ ਬਾਰ-ਬਾਰ ਹੱਥ ਜੋੜੇ। ਬਜ਼ੁਰਗ ਹੋਣ ਦੇ ਨਾਤੇ, ਵੱਡੇ ਹੋਣ ਦੇ ਨਾਤੇ ਅਸੀਂ ਉਹਨਾਂ ਨੂੰ ਸਾਰੀ ਗੱਲ ਸਮਝਾਈ, ਬਾਰ-ਬਾਰ ਉਹਨਾਂ ਨੂੰ ਮਿੰਨਤਾਂ ਕੀਤੀਆਂ, ਉਹਨਾਂ ਨੂੰ ਅਸੀਂ ਬੇਨਤੀਆਂ ਕੀਤੀਆਂ ਕਿ ਕੌਮ ਦੀ ਫਜ਼ੀਅਤ ਹੋ ਰਹੀ ਹੈ ਜੋ ਤੁਸੀਂ ਕਰ ਰਹੇ ਹੋ। ਸਾਡੇ ਕੋਲ ਬਹੁਤ ਸਾਰੀਆਂ ਐਸੀਆਂ ਵੀਡੀਓ ਹਨ ਜਿਹੜੀਆਂ ਅਸੀਂ ਅਗਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੰਦੇ ਤੇ ਇਹਨਾਂ ਦੀ ਕੀ ਸੰਗਤ ਦੇ ਵਿੱਚ ਇੱਜ਼ਤ ਇਹਨਾਂ ਦੀ ਰਹਿੰਦੀ, ਲੇਕਿਨ ਅਸੀਂ ਕੌਮ ਸਿੱਖ ਪੰਥ ਦੀ ਸਰਵਉੱਚਤਾ ਨੂੰ ਮੁੱਖ ਰੱਖਦੇ ਹੋਏ ਅਸੀਂ ਉਹ ਕੋਈ ਵੀ ਵੀਡੀਓ ਇਸ ਤਰ੍ਹਾਂ ਦੀ ਵਾਇਰਲ ਨਹੀਂ ਕੀਤੀ। ਲੇਕਿਨ ਇਹਨਾਂ ਨੇ ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਬਾਰ-ਬਾਰ ਜਿਸ ਤਰੀਕੇ ਦੇ ਨਾਲ ਵਾਇਰਲ ਕੀਤਾ ਔਰ ਉਹ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਦਾ ਰਿਐਕਸ਼ਨ ਅੱਜ ਸਵੇਰ ਤੋਂ ਸਾਡੇ ਕੋਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਸਾਰੇ ਮੈਂਬਰ ਸਾਹਿਬਾਨ ਦੇ ਕੋਲ ਸੰਗਤਾਂ ਦੇ ਫੋਨ ਆ ਰਹੇ ਔਰ ਸੰਗਤ ਨੇ ਵਧਾਈ ਵੀ ਦਿੱਤੀ ਹੈ ਔਰ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਜੋ ਕਾਰਵਾਈ ਕੀਤੀ ਹੈ ਇਹਨਾਂ ਨੂੰ ਲਾਹਨਤਾਂ ਵੀ ਪਾਈਆਂ ਔਰ ਇਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਦੇ ਵਿੱਚ ਇੱਕ ਕਾਲੇ ਦਿਵਸ ਵਜੋਂ ਇੱਕ ਕਲੰਕਿਤ ਕੀਤਾ ਇਹਨਾਂ ਲੋਕਾਂ ਨੇ। ਔਰ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਬੈਲਟ ਬਾਕਸ ਦੇ ਉੱਤੇ ਦੋਨੋਂ ਭਰਾ ਬੈਠ ਗਏ ਨਾਲ ਇਹਨਾਂ ਦੇ ਮੈਂਬਰ, ਇਹ ਬਿਲਕੁਲ ਅਨਡੈਮੋਕ੍ਰੈਟਿਕ ਵੇ ਹੈ ਕਿਉਂਕਿ ਕਿਸੇ ਵੀ ਵੋਟ ਦੇ ਪ੍ਰਤੀ ਜਾਂ ਕਿਸੇ ਵੀ ਪ੍ਰੋਸੈਸ ਦੇ ਪ੍ਰਤੀ ਕੋਈ ਵੀ ਸ਼ਿਕਾਇਤ ਹੋਏ ਉਸ ਦੇ ਕਾਰਵਾਈ ਜਿਹੜੀ ਆ ਕੋਰਟ ਤੱਕ ਲਿਜਾਈ ਜਾਂਦੀ ਹੈ ਔਰ ਕੋਰਟ ਦਾ ਫੈਸਲਾ ਲਿਆ ਜਾਂਦਾ ਹੈ। ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜੀ ਇਲੈਕਸ਼ਨ ਹੋਈ ਹੈ ਉਸ ਦੇ ਵਿੱਚ ਵੀ ਇਹਨਾਂ ਨੇ 15 ਤੋਂ ਵੱਧ ਸਾਡੇ ਮੈਂਬਰ ਸਾਹਿਬਾਨ ਦੇ ਖਿਲਾਫ ਕੋਰਟ ਦੇ ਵਿੱਚ ਕੇਸ ਪਾਏ ਆ ਤੇ ਜੇ ਇਹਨਾਂ ਨੂੰ ਇਹਦੇ ਵਿੱਚ ਵੀ ਕੋਈ ਆਬਜੈਕਸ਼ਨ ਸੀ ਤੇ ਇਹ ਕੋਰਟ ਦੇ ਵਿੱਚ ਜਾ ਸਕਦੇ ਸੀ। ਜਿਵੇਂ ਕਿ ਹੁਣੇ ਪ੍ਰਧਾਨ ਸਾਹਿਬ ਨੇ ਦੱਸਿਆ 30 ਤੋਂ ਵੱਧ
ਸਾਡੇ ਮੈਂਬਰ ਸਾਹਿਬਾਨ ਨੇ ਜਿਹੜੀ ਰਿਕੁਐਸਟ ਲੈਟਰ ਡਾਇਰੈਕਟਰ ਸਾਹਿਬ ਨੂੰ ਦਿੱਤੀ ਹੈ, ਇੱਥੋਂ ਇਹਨਾਂ ਨੂੰ ਅੰਦਾਜ਼ਾ ਸੀ ਕਿ 30 ਮੈਂਬਰ ਇਹਨਾਂ ਦੇ ਨਾਲ ਹੈ ਔਰ ਉਹਨਾਂ ਦੇ ਨਾਲ 20 ਮੈਂਬਰ ਹੈ। ਸੋ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੀ ਹਾਰ ਨਿਸ਼ਚਿਤ ਹੈ, ਉਹ ਕਮੇਟੀ ਨਹੀਂ ਬਣਾ ਸਕਦੇ। ਉਹਨਾਂ ਦੀ ਕੋਸ਼ਿਸ਼ ਸੀ ਕਿ ਵੀ ਕਿਸੇ ਵੀ ਤਰੀਕੇ ਦੇ ਨਾਲ ਇਸ ਇਲੈਕਸ਼ਨ ਨੂੰ ਰੋਕਿਆ ਜਾਏ। ਪਰ ਸਾਨੂੰ ਅਫਸੋਸ ਹੈ ਕਿ ਇਲੈਕਸ਼ਨ ਰੋਕਣਾ ਇੱਕ ਵੱਖਰੀ ਗੱਲ ਸੀ, ਲੇਕਿਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਵੇ ਔਰ ਉੱਥੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਜਾਣ। ਔਰ ਜਿਸ ਤਰੀਕੇ ਦੇ ਨਾਲ ਸਰਦਾਰ ਹਰਵਿੰਦਰ ਸਿੰਘ ਸਰਨਾ ਜੀ ਨੇ ਇੱਕ ਵਾਰੀ ਨਹੀਂ 2 ਵਾਰੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹ ਕਿਹਾ ਕਿ ਮੈਨੂੰ ਪ੍ਰੋਬਲਮ ਹੈ, ਔਰ ਉੱਥੇ ਲੇਟ ਕੇ ਗੁਰੂ ਸਾਹਿਬ ਜੀ ਦੀ ਜਿਹੜੇ ਸਤਿਕਾਰ ਹੈ ਉਹਦੇ ਵਿੱਚ ਉਹਨਾਂ ਨੇ ਅਪਸ਼ਬਦ ਬੋਲੇ। ਇਹ ਮੈਂ ਸਮਝਦਾ ਬਹੁਤ ਹੀ ਨਿੰਦਣਯੋਗ ਹੈ ਔਰ ਬਹੁਤ ਹੀ ਉਹਨਾਂ ਦੀ ਕਾਨੂੰਨੀ ਹਰਕਤ ਹੈ। ਇੰਨੀ ਉਮਰ, ਇੰਨੇ ਬਜ਼ੁਰਗ ਹੋਣ ਦੇ ਨਾਤੇ ਔਰ ਕੌਮ ਦੇ ਉਹ ਇਸ ਕਮੇਟੀ ਦੇ ਸਾਬਕਾ ਪ੍ਰਧਾਨ ਹੋਣ ਦੇ ਨਾਤੇ ਜੋ ਉਹਨਾਂ ਨੇ ਕੱਲ ਕੀਤਾ ਹੈ, ਸਾਨੂੰ ਬੜਾ ਅਫਸੋਸ ਹੈ ਇਸ ਗੱਲ ਦਾ। ਸੋ ਮੈਂ ਆਪ ਜੀ ਦੇ ਨਾਲ ਜਿਹੜੀ ਸਾਡੀ ਕੱਲ ਐਗਜ਼ੈਕਟਿਵ ਜਿਹੜੀ ਬਣੀ ਹੈ, ਮੈਂ ਉਹਨਾਂ ਦੀ ਵੀ ਸਾਂਝ ਪਾ ਦਿਆਂ। ਸਾਡੇ ਜਿਹੜੇ ਐਗਜ਼ੈਕਟਿਵ ਮੈਂਬਰ ਜਿਹੜੇ ਕੱਲ ਇਲੈਕਟ ਹੋਏ ਆਫਿਸ ਬੇਅਰ ਤੋਂ ਇਲਾਵਾ ਸਰਦਾਰ ਸਰਬਜੀਤ ਸਿੰਘ ਵਿਰਕ ਜੀ ਜੋ ਕਿ ਸਾਡੇ ਰੋਹਿਣੀ ਤੋਂ ਮੈਂਬਰ ਹੈ, ਸਰਦਾਰ ਅਮਰਜੀਤ ਸਿੰਘ ਜੀ ਫਤਿਹਨਗਰ ਜੋ ਕਿ ਫਤਿਹਨਗਰ ਤੋਂ ਸਾਡੇ ਮੈਂਬਰ ਹਨ, ਸਰਦਾਰ ਗੁਰਮੀਤ ਸਿੰਘ ਭਾਟੀਆ ਜੀ ਜੋ ਕਿ ਚਖੰਡੀ ਤੋਂ ਸਾਡੇ ਮੈਂਬਰ ਹਨ, ਬੀਬੀ ਰਣਜੀਤ ਕੌਰ ਜੀ ਜੋ ਕਿ ਸੰਤਗੜ੍ਹ ਤੋਂ ਸਾਡੇ ਮੈਂਬਰ ਹਨ, ਸਰਦਾਰ ਵਿਕਰਮ ਸਿੰਘ ਜੀ ਰੋਹਿਣੀ, ਇਹ ਵੀ ਰੋਹਿਣੀ ਤੋਂ ਮੈਂਬਰ ਹੈ ਸਾਡੇ ਕਾਪਟ ਮੈਂਬਰ, ਸਰਦਾਰ ਭੁਪਿੰਦਰ ਸਿੰਘ ਜੀ ਭੁੱਲਰ ਜੋ ਕਿ ਜਮਨਾਪਾਰ ਤੋਂ ਸਾਡੇ ਮੈਂਬਰ ਹਨ, ਸਰਦਾਰ ਅਮਰਜੀਤ ਸਿੰਘ ਜੀ ਪਿੰਕੀ ਜੋ ਕਿ ਪੁਰਾਣੀ ਦਿੱਲੀ ਤੋਂ ਸਾਡੇ ਮੈਂਬਰ ਹਨ ਇਸ ਵਾਰਡ ਜਿੱਥੇ ਅਸੀਂ ਬੈਠੇ ਹਾਂ, ਸਰਦਾਰ ਬਲਬੀਰ ਸਿੰਘ ਜੀ ਵਿਵੇਕ ਵਿਹਾਰ ਜੋ ਕਿ ਵਿਵੇਕ ਵਿਹਾਰ ਸੀਟ ਤੋਂ ਸਾਡੇ ਮੈਂਬਰ ਸਾਹਿਬ ਹਨ, ਅਤੇ ਸਰਦਾਰ ਸੁਰਜੀਤ ਸਿੰਘ ਜੀ ਜੀਤੀ ਜੋ ਕਿ ਨਿਹਾਲ ਵਿਹਾਰ ਸੀਟ ਤੋਂ ਸਾਡੇ ਮੈਂਬਰ ਸਾਹਿਬ ਹਨ, ਅਤੇ ਜਸਬੀਰ ਸਿੰਘ ਜੀ ਜੱਸੀ ਜੋ ਕਿ ਮੁਖਰਜੀ ਨਗਰ ਤੋਂ ਸਾਡੇ ਮੈਂਬਰ ਸਾਹਿਬਾਨ ਨੇ। 10 ਮੈਂਬਰ ਸਾਡੇ ਐਗਜ਼ੈਕਟਿਵ ਦੇ ਕੱਲ੍ਹ ਨਿਯੁਕਤ ਹੋਏ ਹਨ। ਸੋ ਮੈਂ ਇਹਨਾਂ ਸਾਰਿਆਂ ਨੂੰ ਵਧਾਈ ਦਿੰਦਾ। ਬਹੁਤ ਬਹੁਤ ਧੰਨਵਾਦ ਸਾਰੇ ਮੈਂਬਰ ਸਾਹਿਬਾਨ ਦਾ ਜਿਨ੍ਹਾਂ ਨੇ ਕੱਲ੍ਹ ਸਹਿਯੋਗ ਕੀਤਾ। ਸਾਰੀਆਂ ਸੰਗਤਾਂ ਦਾ ਧੰਨਵਾਦ ਔਰ ਸਾਰੇ ਮੀਡੀਆ ਦਾ ਧੰਨਵਾਦ ਜਿਸ ਤਰੀਕੇ ਦੇ ਨਾਲ ਆਪ ਜੀ ਹਮੇਸ਼ਾ ਹੀ ਸਾਡੀ ਆਵਾਜ਼ ਤੁਸੀਂ ਬੁਲੰਦ ਕੀਤੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਸਾਡੀ ਆਵਾਜ਼ ਇਸੇ ਤਰ੍ਹਾਂ ਹੀ ਸੰਗਤ ਤੱਕ ਪਹੁੰਚਾਓਗੇ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ। ਇੱਕ ਬਹੁਤ ਹੀ ਅਹਿਮ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਰਹਿ ਗਈ, ਕਿਉਂਕਿ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੀ ਗੱਲ ਹੈ ਔਰ ਜਿਸ ਤਰੀਕੇ ਦੇ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਦੀ ਗੱਲ ਹੋਈ ਹੈ, ਉਹਨਾਂ ਦੇ ਸਾਹਮਣੇ ਜੋ ਨਿਰਾਦਰ ਕੀਤਾ ਗਿਆ, ਸਾਰੀ ਕਮੇਟੀ ਨੇ ਇੱਕ ਫੈਸਲਾ ਕੀਤਾ ਕਿ ਸਿੱਖ ਕੌਮ ਦੀ ਸਿਰਮੌਰ ਜਥੇਬੰਦੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ, ਉਹਨਾਂ ਦੇ ਜਥੇਦਾਰ ਸਾਹਿਬ ਨੂੰ ਅਸੀਂ ਪੂਰੀ ਇੱਕ ਰਿਪਰੈਜ਼ੈਂਟੇਸ਼ਨ ਬਣਾ ਕੇ ਭੇਜ ਰਹੇ ਹਾਂ ਔਰ ਉਹਦੇ 'ਚ ਇੱਕ ਗੱਲ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਪ੍ਰਕਿਰਿਆ ਸ਼ੁਰੂ ਹੋਈ ਹੈ, ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਹੋਣਾ ਦੀ ਬੇਇੱਜ਼ਤੀ ਕੀਤੀ ਗਈ ਔਰ ਉਹਨਾਂ ਦੇ ਬਾਰ-ਬਾਰ ਮਨਾ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ, ਉਹਨਾਂ ਦੇ ਨਾਲ ਅਪਸ਼ਬਦਾਵਲੀ ਵਰਤੀ। ਸੋ ਅਸੀਂ ਜਥੇਦਾਰ ਸਾਹਿਬ ਨੂੰ ਵੀ ਇਹ ਲੈਟਰ ਲਿਖ ਕੇ ਭੇਜ ਰਹੇ ਹਾਂ ਔਰ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਇਸ ਗੱਲ ਦੀ ਪੜਤਾਲ ਹੋਣੀ ਚਾਹੀਦੀ ਹੈ। ਇਸ ਗੱਲ ਦੇ ਬਾਰੇ ਸੰਗਤਾਂ ਨੂੰ ਬਿਲਕੁਲ ਜਾਣੂ ਕਰਾਉਣਾ ਚਾਹੀਦਾ ਕਿਉਂਕਿ ਸਾਡੀ ਜ਼ਿੰਮੇਵਾਰੀ ਬਣਦੀ ਹੈ। ਸੰਗਤ ਸਾਨੂੰ ਚੁਣ ਕੇ ਭੇਜਦੀ ਹੈ ਗੁਰੂ ਘਰ ਦੇ ਵਿੱਚ, ਗੁਰੂ ਘਰ ਦੇ ਪ੍ਰਬੰਧਾਂ ਨੂੰ ਜਿਹੜੀ ਹੈ ਉਹਨੂੰ ਪ੍ਰਬੰਧ ਨੂੰ ਸੁਚਾਰੂ ਰੂਪ ਨਾਲ ਚਲਾਉਣ ਦੀ, ਨਾ ਕਿ ਉਹਨਾਂ ਦੇ ਅੱਗੇ ਸਾਹਮਣੇ ਅਸੀਂ ਇਹੋ ਜਿਹੀਆਂ ਕੂੜ ਪ੍ਰਚਾਰ ਕਰੀਏ, ਉਸ ਇਹੋ ਜਿਹੀਆਂ ਸ਼ਬਦਾਵਲੀਆਂ ਵਰਤੀਏ, ਇੱਕ ਦੂਜੇ ਨਾਲ ਗਾਲੀ ਗਲੋਚ ਕਰੀਏ। ਔਰ ਜੋ ਇਹ ਹਰਕਤ ਉਹਨਾਂ ਨੇ ਕੀਤੀ ਹੈ, ਦੋਵੇਂ ਸਰਨਾ ਭਰਾਵਾਂ ਨੇ ਔਰ ਸਰਦਾਰ ਮਨਜੀਤ ਸਿੰਘ ਜੀਕੇ ਨੂੰ, ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤਲਬ ਕੀਤਾ ਜਾਏ। ਇਹ ਵੀ ਗੱਲ ਅਸੀਂ ਅੱਜ ਫੈਸਲਾ ਕਰਕੇ ਉਹਨਾਂ ਨੂੰ ਜਥੇਦਾਰ ਸਾਹਿਬ ਨੂੰ ਹੁਣੇ ਚਿੱਠੀ ਲਿਖੀ ਹੈ। ਸੋ ਸਾਰੇ ਮੀਡੀਆ ਦਾ ਮੈਂ ਧੰਨਵਾਦ ਕਰਦਾ ਔਰ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਦੇਖੋ ਬਿਲਕੁਲ ਇਹਦੇ ਵਿੱਚ ਗੜਬੜ ਨਹੀਂ ਹੈ, ਗੜਬੜ ਵਾਲੀ ਗੱਲ ਨਹੀਂ ਹੈ। ਜੇ ਪਾਰਦਰਸ਼ਤਾ ਕਰਨੀ ਕਿਉਂਕਿ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ ਔਰ ਅਸੀਂ ਸਮੇਂ ਸਿਰ ਇਸ ਗੱਲ ਦੇ ਉੱਤੇ ਫੈਸਲਾ ਵੀ ਲੈਂਦੇ ਰਹੇ ਹਾਂ, ਲੋਕਾਂ ਨੂੰ ਦੱਸਦੇ ਵੀ ਰਹੇ ਹਾਂ ਔਰ ਈਵਨ ਸਟੇਜਾਂ ਦੇ ਵਿੱਚ, ਕਿਉਂਕਿ ਬਹੁਤ ਵੱਡਾ ਸਮਾਂ ਸੀ, ਬਹੁਤ ਔਖਾ ਸਮਾਂ ਸੀ ਕੋਵਿਡ ਦੇ ਸਮੇਂ ਦਾ ਔਰ ਉਹਦੇ ਵਿੱਚ ਜਿਸ ਵਕਤ ਕਈ ਇਹੋ ਜਿਹੀਆਂ ਸਮਾਂ ਦੇ ਹੋਣ ਕਰਕੇ ਐਗਜ਼ੈਕਟਿਵ ਦੀਆਂ ਮੀਟਿੰਗਾਂ ਵੀ ਅੱਗੇ ਪਿੱਛੇ ਹੋ ਗਈਆਂ, ਮਗਰ ਅਸੀਂ ਆਪਣੀ ਸੰਗਤਾਂ ਦੇ ਅੱਗੇ ਜਾ ਕੇ ਗੁਰਦੁਆਰਿਆਂ ਦੀ ਸਟੇਜਾਂ ਦੇ ਉੱਤੇ ਆਪਣੀ ਮੈਗਜ਼ੀਨ ਦੇ ਵਿੱਚ ਹਰ ਪੈਸੇ ਦਾ ਹਿਸਾਬ ਦਿੱਤਾ ਔਰ ਹੁਣ ਮਹਾਰਾਜ ਸੁੱਖ ਰੱਖਣ, ਅਗਰ ਕੋਈ ਬਿਮਾਰੀ ਦੀ ਕੋਈ ਪ੍ਰੋਬਲਮ ਨਾ ਹੋਈ, ਇਸ ਗੱਲ ਦੀ ਪੂਰੀ ਹੈ ਕਿ ਜਿਸ ਸਮੇਂ ਸਿਰ ਐਗਜ਼ੈਕਟਿਵ ਦੀ ਮੀਟਿੰਗ ਹੋਏਗੀ
ਹਲੇ ਤੇ ਆਏ ਆ, ਹੁਣ ਬੈਠ ਕੇ ਦੇਖਾਂਗੇ ਕਿਉਂਕਿ ਇਸ 5 ਮਹੀਨੇ ਦੇ ਵਿੱਚ ਬਹੁਤ ਕੁਝ ਅੱਗੇ ਪਿੱਛੇ ਹੋਇਆ। ਪ੍ਰਬੰਧ ਨੂੰ ਪੂਰਾ ਚਲਾਉਣ ਦੀ ਸਾਡੇ ਕੋਲ ਇਖਤਿਆਰ ਨਹੀਂ ਸੀ। ਇਹ ਹੁਣ ਸਾਰੇ ਦੇਖਣੇ ਪੈਣਗੇ। ਸਾਰੇ ਟੀਚਰਸ ਪ੍ਰਿੰਸੀਪਲ ਸਾਹਿਬਾਨਾਂ ਨਾਲ ਬੈਠ ਕੇ ਗੱਲ ਕੀਤੀ ਜਾਏਗੀ। ਸਕੂਲਾਂ ਨੂੰ ਔਰ ਇੰਸਟੀਚਿਊਟਸ ਨੂੰ ਕਿਸ ਤਰ੍ਹਾਂ ਠੀਕ ਕਰ ਸਕਦੇ ਆ, ਹੋਰ ਬੈਟਰ ਕਰ ਸਕਦੇ ਆ, ਜਿਹੜੇ ਵਧੀਆ ਚੱਲ ਰਹੇ ਨੇ ਉਹਨੂੰ ਹੋਰ ਕਿਸ ਤਰ੍ਹਾਂ ਬੈਟਰ ਕਰਨਾ ਹੈ। ਔਰ ਇੱਕ ਗੱਲ ਦਾ ਅਸੀਂ ਫੈਸਲਾ ਜ਼ਰੂਰ ਕੀਤਾ ਸੀ, ਜਿਹੜੀ 1 ਅਪ੍ਰੈਲ ਤੋਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜਿੰਨੇ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ ਸਾਰੇ ਦੇ ਸਾਰੇ ਸਕੂਲਾਂ ਨੂੰ ਅਸੀਂ ਸਮਾਰਟ ਕਲਾਸਿਸ ਦੇ ਵਿੱਚ ਕਨਵਰਟ ਕਰ ਰਹੇ ਹਾਂ। ਇਹ ਅਸੀਂ ਮੈਂ ਪਹਿਲੇ ਵੀ ਅਨਾਉਂਸ ਕੀਤਾ ਸੀ, ਅੱਜ ਤੁਹਾਨੂੰ ਕਹਿ ਰਿਹਾ ਕਿ 1 ਅਪ੍ਰੈਲ ਤੋਂ ਜਿਹੜਾ ਨਵਾਂ ਸੈਸ਼ਨ ਸ਼ੁਰੂ ਹੋਣਾ ਹੈ ਉਹਦੇ ਵਿੱਚ ਇਹ ਸਾਰਾ ਕੁਝ ਕੀਤਾ ਜਾਏਗਾ। ਹੋਰ ਉਹਦੇ ਵਿੱਚ ਜੋ ਵੀ ਅਸੀਂ ਨਵੀਂ ਇੰਪਲੀਮੈਂਟੇਸ਼ਨਸ ਕਰਨੀਆਂ ਨੇ, ਨਵੇਂ ਰਿਫਾਰਮਸ ਲਿਆਉਣੇ ਨੇ, ਉਹਦੀ ਸਾਰੀ ਕਮੇਟੀ ਬਣਾ ਕੇ ਉਹਦੇ ਨਾਲ ਸਾਰਿਆਂ ਨਾਲ ਸਲਾਹ ਕਰਾਂਗੇ। ਟਰਾਂਸਪੇਰੈਂਸੀ ਵੀ ਤੁਹਾਨੂੰ ਦੱਸੀ ਹੈ ਕਿ ਹਰ ਜਿਹੜਾ ਸਮਾਂ ਨਿਸ਼ਚਿਤ ਹੁੰਦਾ ਉਹਦੇ ਵਿੱਚ ਐਗਜ਼ੈਕਟਿਵ ਦੀ ਮੀਟਿੰਗ ਹੋਏਗੀ ਔਰ ਉਹਦੇ ਵਿੱਚ ਪਾਸ ਕਰਾ ਕੇ ਮੀਡੀਆ ਦੇ ਰਾਹੀਂ ਦੱਸਿਆ ਜਾਏਗਾ। ਇਹ 15 ਦਿਨ ਬਾਅਦ ਹੋਏ, 20 ਦਿਨ ਬਾਅਦ ਹੋਏ, ਮਗਰ ਇਸ ਤੋਂ ਵੱਧ ਦਾ ਸਮਾਂ ਨਹੀਂ ਰਹੇਗਾ ਕਿ ਅਸੀਂ ਹਰ 20-25 ਦਿਨ ਦਾ ਜੋ ਵੀ ਸਮਾਂ ਹੁੰਦਾ ਉਹਦੇ ਵਿੱਚ ਵੀ ਜ਼ਰੂਰ ਅਸੀਂ ਕਰਾਵਾਂਗੇ। ਦੇਖੋ, ਬਾਲਾ ਸਾਹਿਬ ਹਸਪੀਟਲ ਬੜੇ ਵਧੀਆ ਤਰੀਕੇ ਦੇ ਨਾਲ ਅਸੀਂ 3 ਮਹੀਨੇ ਦੇ ਵਿੱਚ ਸ਼ੁਰੂ ਕੀਤਾ ਸੀ। ਇੱਕ ਇਤਿਹਾਸਿਕ ਮਾਈਲਸਟੋਨ ਕ੍ਰੀਏਟ ਕੀਤਾ, ਮਗਰ ਉਹਦੇ ਵਿੱਚ ਵੀ ਸਿਆਸਤ ਕੀਤੀ ਗਈ। ਉਹਦੇ ਵਿੱਚ ਵੀ ਇਲੈਕਸ਼ਨਸ ਨੂੰ ਦੇਖਦੇ ਹੋਏ ਰੁਕਵਾਤਾ ਗਿਆ ਕਿ ਬਈ ਇਹ ਉਹਦਾ ਕ੍ਰੈਡਿਟ ਨਾ ਲੈ ਜਾਣ, ਮਗਰ ਅਸੀਂ ਕੋਈ ਕੰਮ ਕ੍ਰੈਡਿਟ ਲੈਣ ਵਾਸਤੇ ਆਪਣੀ ਨਿੱਜੀ ਵਾਸਤੇ ਨਹੀਂ ਲਿਆ। ਹਾਂ, ਗੁਰਦੁਆਰਾ ਕਮੇਟੀ ਨੂੰ ਇਸ ਚੀਜ਼ ਦਾ ਕ੍ਰੈਡਿਟ ਸੰਗਤਾਂ ਨੇ ਜ਼ਰੂਰ ਦਿੱਤਾ, ਜਿਸ ਤਰੀਕੇ ਦੇ ਨਾਲ ਕੋਵਿਡ ਦੇ ਵਿੱਚ ਸੇਵਾ ਕੀਤੀ ਹੈ। ਔਰ ਸੰਗਤਾਂ ਨੇ ਸਾਨੂੰ ਇਸ ਗੱਲ ਦੀ ਸਰਾਹਨਾ ਵੀ ਜ਼ਰੂਰ ਕੀਤੀ ਹੈ ਕਿਉਂਕਿ ਤੁਸੀਂ ਆਪਣੀ ਜ਼ਿੰਮੇਵਾਰੀ ਸਮਝ ਕੇ, ਕਿਉਂਕਿ ਇੱਕ ਟੀਮ ਸੀ ਸਾਰੇ ਨੌਜਵਾਨਾਂ ਦੀ, ਪੈਸ਼ਨ ਦੇ ਨਾਲ ਅਸੀਂ ਕੰਮ ਕੀਤਾ ਔਰ ਸਾਡੀ ਜ਼ਿੰਮੇਵਾਰੀ ਬਣਦੀ ਹੈ। ਔਰ ਇਹ ਜਿਹੜਾ ਹਸਪੀਟਲ ਰੁਕਿਆ ਸਟੇਜਿਸ ਦੇ ਵਿੱਚ ਸ਼ੁਰੂ ਹੋਏਗਾ। ਮੈਂ ਵਾਰ-ਵਾਰ ਇੱਕੋ ਗੱਲ ਪਹਿਲੇ ਵੀ ਕਹੀ ਸੀ, ਕਿਉਂਕਿ ਇੰਨੇ ਵੱਡੀਆਂ ਇੰਸਟੀਚਿਊਟਸ, ਇੰਨੀ ਵੱਡੀਆਂ ਚੀਜ਼ਾਂ ਇੱਕ ਦਿਨ 'ਚ ਨਹੀਂ ਸ਼ੁਰੂ ਹੁੰਦੇ, ਸਟੇਜਿਸ ਦੇ ਵਿੱਚ ਸ਼ੁਰੂ ਕੀਤਾ ਜਾਏਗਾ। ਜਿਹੜਾ ਅਸੀਂ ਪਹਿਲਾਂ ਪੈਂਡੇਮਿਕ ਵਾਸਤੇ ਜਿਹੜਾ ਵਿੰਗ ਸ਼ੁਰੂ ਕੀਤਾ ਸੀ, ਅਗਲੀ ਅਸੀਂ OPD ਸ਼ੁਰੂ ਕਰ ਰਹੇ ਹਾਂ। ਇਹਨੂੰ ਬਹੁਤ ਜਲਦੀ ਇਹਦੇ ਉੱਤੇ ਜਾਇਜ਼ਾ ਲੈ ਕੇ ਵਿਦਿਨ 2-3 ਡੇਜ਼ ਅਸੀਂ ਇਹਦੇ ਉੱਤੇ ਸ਼ੁਰੂ ਕਰਕੇ ਕੰਮ ਨੂੰ ਕਿ ਕਿਸ ਤਰੀਕੇ ਦੇ ਨਾਲ ਕੰਮ ਹੋ ਸਕਦਾ ਹੈ। ਔਰ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਕਿਉਂਕਿ ਸਹਿਯੋਗ ਨਾਲ ਬਣ ਰਿਹਾ, ਉਹਨਾਂ ਦੇ ਨਾਲ ਗੱਲ ਕਰਕੇ ਇਹਨੂੰ ਜਲਦ ਤੋਂ ਜਲਦ ਸ਼ੁਰੂ ਕਰਾਂਗੇ। ਦੇਖੋ, ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਿਸ ਜਗ੍ਹਾ ਦੇ ਉੱਤੇ ਅਸੀਂ ਅੱਜ ਬੈਠੇ ਆ, ਮੈਂ ਨਹੀਂ, ਇਹ ਸਾਰੀ ਟੀਮ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ ਕਿਰਪਾ ਦਾ ਸਦਕਾ ਔਰ ਗੁਰੂ ਚਰਨਾਂ 'ਚ ਰੋਜ਼ ਅਰਦਾਸ ਕਰਦੇ ਆ ਕਿ ਜਿਸ ਤਰ੍ਹਾਂ ਚੱਜੂ ਦੇ ਸਿਰ ਤੇ ਛੜੀ ਰੱਖ ਕੇ ਕੰਮ ਕਰਾਇਆ ਸੀ ਨਾ, ਇਸ ਤਰ੍ਹਾਂ ਹੀ ਅਸੀਂ ਸਾਰੀ ਟੀਮ ਦੇ ਸਿਰ ਦੇ ਉੱਤੇ ਆਪਣਾ ਮਿਹਰ ਭਰੇ ਹੱਥ ਰੱਖਣ, ਸਾਰੇ ਕਾਰਜ ਪੂਰੇ ਕਰਾਉਣ ਔਰ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਸਾਡੇ ਮੂੰਹ ਕਢਾਉਣ। ਅਸੀਂ ਕਿਸੇ ਨੈਗੇਟਿਵ ਪੋਲਿਟਿਕਸ ਵਿੱਚ ਨਹੀਂ ਜਾਣਾ। ਔਰ ਇੱਕ ਗੱਲ ਵੀ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਇਹ ਕੋਈ ਰਾਜਨੀਤੀ ਦਾ ਅਖਾੜਾ ਨਹੀਂ ਹੈ, ਇਹਨੂੰ ਰਾਜਨੀਤੀ ਦਾ ਅਖਾੜਾ ਨਹੀਂ ਬਣਨ ਦਿਆਂਗੇ। ਕਮੇਟੀ ਸਿਰਫ ਤੇ ਸਿਰਫ ਸੇਵਾ ਦੀ ਗੱਲ ਕਰੇਗੀ ਔਰ ਸੇਵਾ ਦੀ ਹੀ ਗੱਲ ਦੇ ਉੱਤੇ ਪਹਿਰਾ ਦੇਗੀ। ਇਹ ਚਿੱਠੀ ਅਸੀਂ ਮੈਂ ਤੁਹਾਨੂੰ ਦਿਖਾ ਦਿਆਂ, ਜਥੇਦਾਰ ਅਕਾਲ ਤਖਤ ਸਾਹਿਬ ਨੂੰ ਲਿਖਤੀ ਹੈ ਔਰ ਇਹਦੇ ਵਿੱਚ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਜਲਦ ਤੋਂ ਜਲਦ ਇਹਨਾਂ ਨੂੰ ਬੁਲਾ ਕੇ ਇਹਦੇ ਵਿੱਚ ਅਗਰ ਇਹਨਾਂ ਨੂੰ ਲੱਗਦਾ ਹੈ ਕਿ ਇਹਦੇ ਵਿੱਚ ਸਾਡੇ ਵੱਲੋਂ ਕੋਈ ਕੁਤਾਹੀ ਵਰਤੀ ਗਈ ਹੈ, ਸਾਡੇ ਵੱਲੋਂ ਤੇ ਸਾਨੂੰ ਵੀ ਜ਼ਰੂਰ ਸੱਦਿਆ ਜਾਏ, ਮਗਰ ਇਹ ਜਿਨ੍ਹਾਂ ਨੇ ਕੰਮ ਕੀਤਾ ਸੰਗਤ ਦੇ ਅੱਗੇ ਇਹਨਾਂ ਨੂੰ ਜ਼ਰੂਰ ਬੇਨਕਾਬ ਕੀਤਾ जाए। अलीशा बेगम, ना कोई चैलेंज ना कोई इनाम, सिर्फ काम को सलाम। वशीकरण करवाना हो या तुड़वाना हो, प्यार में धोखा, शादी के लिए माँ बाप का ना मानना, काम वही जो सर चढ़कर बोले, इधर उधर ना भटके। दुआ भी तकदीर बदल सकती है, सोचने से नहीं फोन करने से दुख दूर होंगे। झूठे और मीठे बनकर लूटने वालों से सावधान, हर समस्या का समाधान 3 दिनों में किया जाता है। अगर आपकी किस्मत में लॉटरी है तो इसे कैसे हासिल करें? सुपर स्पेशलिस्ट, पति पत्नी में अनबन, प्रेम विवाह, नौकरी, कारोबार में रुकावट, कोर्ट केस, तलाक केस, सौतन दुश्मन से छुटकारा, लॉटरी, सट्टा नंबर, वशीकरण करवाना या तुड़वाना, बीमारी में दवा ना लगना। अलीशा बेगम। वर्ल्ड फेमस बाबा सलीम खान 21 बार गोल्ड मेडलिस्ट। सारियां थमा तो निराश ते मायूस होने वाले एक बार फोन जरूर करो, जिवें चाहोगे ओवें होएगा। इट्स माय प्रॉमिस, इमीडिएटली रिजल्ट, ओपन चैलेंज। इल्मा दे माहिर A to Z समस्यावां दा फोन ते घर बैठे करवाओ हल। वशीकरण ते मुठ करनी, लव मैरिज, सौतन ते दुश्मन तो छुटकारा, पक्का काम पक्का हल, 101% दी गारंटी, अष्टाम पेपर समेत। सब तो पहला काम करन दा वादा, नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी च अनबन, जादू टोना, मनमोहनी वशीकरण करवाओ जा तुड़वाओ, रुस्से नूं मनाउणा। हुणे कॉल करो बाबा सलीम खान 98 199 37 467।